Okay, so very good morning, students. ਪਿਛਲੇ ਲੈਕਚਰ ਦੇ ਵਿੱਚ ਆਪਾਂ ਰੈਜ਼ੋਲੂਸ਼ਨ ਬਾਰੇ ਆਲਰੇਡੀ ਗੱਲ ਕਰ ਚੁੱਕੇ ਹਾਂ, ਠੀਕ ਹੈ। ਸੋ ਫੀਚਰ ਆਫ ਅਡੋਬ ਫੋਟੋਸ਼ਾਪ ਆਪਾਂ ਸਟਾਰਟ ਕੀਤਾ, ਸੌਰੀ ਅਡੋਬ ਫੋਟੋਸ਼ਾਪ ਦਾ ਟੌਪਿਕ ਸਟਾਰਟ ਕੀਤਾ ਸੀ ਆਪਾਂ। ਉਸ ਦੇ ਵਿੱਚ ਗ੍ਰਾਫਿਕ ਟਾਈਪਸ ਕਵਰ ਕਰ ਚੁੱਕੇ ਹਾਂ, ਐਂਡ ਆਫਟਰ ਦੈਟ we had covered the resolution part, and now is the pixel. Now what is pixel? Pixel is basically a terminology which is used when we talk about the raster images. ठीक है, ਜਦੋਂ ਅਸੀਂ bitmap images ਜਾਂ raster images ਬਾਰੇ ਗੱਲ ਕਰਦੇ ਹਾਂ ਤਾਂ ਉਦੋਂ ਅਸੀਂ ਗੱਲ ਕਰਦੇ ਹਾਂ ਪਿਕਸਲ ਦੀ, ਠੀਕ ਹੈ। ਸੋ ਇੱਥੇ ਤੁਸੀਂ ਦੇਖ ਰਹੇ ਹੋਗੇ ਰਾਈਟ ਹੈਂਡ ਸਾਈਡ ਦੇ ਉੱਪਰ ਜਿਹੜਾ ਇਹ ਸਕੁਅਰ ਬਾਕਸ ਹੈ, ਠੀਕ ਹੈ। ਸੋ ਦਿਸ ਸਕੁਅਰ ਬਾਕਸ ਇਜ਼ ਬੇਸਿਕਲੀ ਅ ਪਿਕਸਲ. So it is having a horizontal dimension, it is having a vertical dimension, and that's why it is making a square, and all of your raster images are made up of these kind of pixels. Okay, so pixel basically एक unit ਹੁੰਦੀ ਹੈ ਕਿ ਕਿਸੇ image ਦੀ quality ਨੂੰ measure ਕਰਨ ਦੇ ਲਈ, especially raster images. So ਇਹ ਚੀਜ਼ ਤੁਸੀਂ mind ਦੇ ਵਿੱਚ ਬਿਠਾ ਲਓ ਕਿ ਜਿਹੜੀ ਇਹ ਗੱਲ ਹੋ ਰਹੀ ਹੈ ਸਾਰੀ raster ਦੇ ਵਿੱਚ, because in case of vector graphic there is nothing called pixel. ਕਿਉਂਕਿ ਉਸ ਦੇ ਵਿੱਚ ਅਸੀਂ ਲਾਈਨਸ ਕਰਵਸ ਦੀ ਸ਼ੇਪ ਦੇ ਵਿੱਚ ਹੀ ਅਸੀਂ ਇਮੇजेस ਨੂੰ ਡਰਾ ਕਰਦੇ ਹਾਂ, ਐਂਡ ਦੇ ਆਰ ਬੇਸਿਕਲੀ ਮੈਥਮੈਟਿਕਲੀ ਕੰਪਿਊਟਡ ਓਵਰ ਦ ਟਾਈਮ ਔਰ ਡਾਇਨਾਮਿਕ। ਓਕੇ, ਸੋ ਇਨ ਕੇਸ ਆਫ ਅ ਡਿਜੀਟਲ ਇਮੇਜਿੰਗ ਅ ਪਿਕਸਲ ਔਰ ਪੈਲ ਔਰ ਪਿਕਚਰ ਐਲੀਮੈਂਟ, ਇਹਨਾਂ ਤਿੰਨਾਂ ਦੇ ਵਿੱਚੋਂ ਅਸੀਂ ਕਿਸੇ ਚੀਜ਼ ਨਾਲ ਵੀ ਡਿਨੋਟ ਕਰ ਸਕਦੇ ਹਾਂ ਤਾਂ ਪਿਕਸਲ, ਪੈਲ ਔਰ ਪਿਕਚਰ ਐਲੀਮੈਂਟ, it is a physical point, it is basically a physical point in a raster images. So it is specially written that it is a raster image or the smallest addressable element, or it is the smallest addressable element in all the points addressable display devices. So it is the smallest controllable element of a picture represented to the screen. Okay, so a smallest controllable element, ਇਸ ਤੋਂ ਛੋਟੀ ਯੂਨਿਟ ਨਹੀਂ ਹੋ ਸਕਦੀ ਕਿਸੇ ਪਿਕਚਰ ਤੇ ਤੁਸੀਂ ਦੇਖੋਗੇ ਕਿ ਜਿੰਨਾ ਤੁਸੀਂ ਰਾਸਟਰ ਇਮੇਜ ਨੂੰ ਜ਼ੂਮ ਕਰਦੇ, ਠੀਕ ਹੈ, ਜਿੰਨਾ ਜ਼ੂਮ ਇਨ ਕਰਨ ਤੇ ਉਸਦੇ ਆ ਪਿਕਸਲਸ ਤੁਹਾਨੂੰ ਅਲੱਗ-ਅਲੱਗ ਨਹੀਂ ਦਿਖਦੇ, ਠੀਕ ਹੈ ਨਾ। ਤੇ ਉਹ ਤੁਸੀਂ ਉਹਦਾ ਕੀ ਕਹਿ ਸਕਦੇ ਹੋ, ਉਹਦਾ ਤੁਸੀਂ ਪਿਕਚਰ ਦਾ ਐਂਡ ਪੁਆਇੰਟ ਕਹਿ ਸਕਦੇ, ਠੀਕ ਹੈ। ਸੋ ਦੈਟ ਮੀਨਸ ਅ ਨੰਬਰ ਆਫ ਪਿਕਸਲਸ ਇਨ ਅ ਯੂਨਿਟ ਏਰੀਆ, ਇੱਕ ਏਰੀਆ ਦੇ ਵਿੱਚ ਜਿੰਨੇ ਪਿਕਸਲਸ ਹੋਣਗੇ ਉਹ ਬੇਸਿਕਲੀ ਕਿਸੇ ਫੋਟੋ ਦੀ ਕੁਆਲਿਟੀ ਨੂੰ ਡਿਫਾਈਨ ਕਰਨ। Clear है बेटा सारे? Yes sir. Okay, so the same thing is applicable to the screens also. जो video screens ਤੁਸੀਂ ਦੇਖਦੇ ਹੋ ਉੱਥੇ ਵੀ ਤੁਸੀਂ ਕਾਫੀ ਤਰ੍ਹਾਂ ਦੀਆਂ resolutions ਦੇਖਦੇ ਹੋ, ਉੱਥੇ ਵੀ ਹੁੰਦਾ ਨਾ ਇੱਕ there is a resolution called HD which is 720 pixel, ਠੀਕ ਹੈ, 720 pixel, and there is a full HD which is full HD which is 1028 pixel, and same wise there are 2K videos, 4K videos. So K difference क्या होती है? K means 1000 beta. K means 1000. So 2000 pixels, 4000 pixels. So that means the with the increase of the number of the pixels, the quality is also going to increase. But do remember this thing that, हाँ जी बोलो। जिमें हम 720 है, 720 पिक्सल किस हिसाब ਨਾਲ ਹੈ ਕਿ ਜਿਵੇਂ x axis ਤੇ y axis ਤੇ ਟੋਟਲ ਦੇ ਵਿੱਚ 720 ਹੈ? ਬੇਟਾ ਇਹ this is basically a unit, ਠੀਕ ਹੈ ਨਾ, ਇੱਕ ਯੂਨਿਟ ਹੁੰਦੀ ਹੈ। 720 ਪਿਕਸਲਸ ਤੁਸੀਂ ਕਿਸੇ ਚੀਜ਼ 'ਚ ਵੀ ਲੈ ਸਕਦੇ ਹੋਗੇ। ਯੂ ਕੈਨ ਆਲਸੋ ਟੇਕ ਇਟ ਐਜ਼ ਅ ਸੈਂਟੀਮੀਟਰ, ਇੱਕ ਪਾਰਟਿਕੂਲਰ ਸੈਂਟੀਮੀਟਰ, 1 ਸੈਂਟੀਮੀਟਰ ਦੇ ਵਿੱਚ ਤੁਸੀਂ 1 ਇੰਚ 'ਚ ਵੀ ਲੈ ਸਕਦੇ ਹੋਗੇ, ਠੀਕ ਹੈ। ਯੂ ਕੈਨ ਆਲਸੋ ਟੇਕ ਇੰਚ, ਠੀਕ ਹੈ। ਜਦੋਂ ਤੁਸੀਂ ਫੋਟੋ ਬਣਾਉਂਦੇ ਹੋ ਨਾ, ਫੋਟੋ ਦਾ ਜੋ ਸਾਈਜ਼ ਡਿਫਾਈਨ ਕਰਦੇ ਹੋ, ਤਾਂ ਹੁਣ ਤੁਸੀਂ ਦੇਖੋ ਅਗਰ ਤਾਂ ਸੈਂਟੀਮੀਟਰ ਹੈ, obviously centimeter is a much smaller unit than the inch, ਠੀਕ ਹੈ ਨਾ। ਅਗਰ ਤੁਸੀਂ 1 ਸੈਂਟੀਮੀਟਰ 'ਚ 720 ਪਿਕਸਲਸ ਡਿਫਾਈਨ ਕਰ ਰਹੇ ਹੋ, ਠੀਕ ਹੈ, then as compared to 1 ਇੰਚ ਦੇ ਵਿੱਚ ਤੁਸੀਂ 720 ਡਿਫਾਈਨ ਕਰ ਰਹੇ ਹੋ। ਸੋ obviously ਜਿਹੜੀ ਆਹ ਵਾਲੀ ਕੁਆਲਿਟੀ ਹੈ that will be much superior than this, ਕਿਉਂਕਿ ਇਸ ਦੇ ਛੋਟੀ ਯੂਨਿਟ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਿਕਸਲਸ ਡਿਫਾਈਨ ਕਰ ਰਹੇ ਹੋ, ਇਸ ਦੀ ਕਾਫੀ ਲਾਰਜ ਜਿਹੜੀ ਯੂਨਿਟ ਹੈ ਉਸ ਦੇ ਵਿੱਚ ਤੁਸੀਂ ਪਿਕਸਲ ਡਿਫਾਈਨ ਕਰ ਰਹੇ ਹੋ। ਕਲੀਅਰ ਹੋਇਆ? ਮਤਲਬ ਸਕਰੀਨ ਹੋਗੀ यूनिट मतलब बेटा सेंटीमीटर, इंचेस ਜਿਵੇਂ है ना। ਇੰਚ हाँ, 1 इंच ਦੇ ਵਿੱਚ ਤੁਸੀਂ ਕਿੰਨੇ ਪਿਕਸਲਸ ਡਿਫਾਈਨ ਕੀਤੇ ਹੋਏ ਆ, that is basically pixel per unit or pixel per inch, and same as pixel per centimeter. The more pixels you define, the more pixel value you provide for your image, the more or the higher the quality of the image will be. But with the quality there comes another thing which is size.
ठीक है ना। अगर पिक्सल वैल्यू ज्यादा इंक्रीज कर दो तो साइज ऑल्सो गेट ड्रास्टिकली इंक्रीज, ठीक है, साइज भी ड्रास्टिकली इंक्रीज करेगा। एंड इन दैट केस यू हैव टू टेक केयर that you have to maintain the quality also and you have to reduce the size also। उस जगह ਦੇ ਉੱਪਰ ਕਿਹਦਾ ਕੰਮ ਆਉਂਦਾ, ਉਸ ਜਗ੍ਹਾ ਦੇ ਉੱਪਰ ਕੰਮ ਆਉਂਦਾ ਬੇਟਾ ਕੰਪਰੈਸ਼ਨ, ਠੀਕ ਹੈ। ਪਿਕਚਰ ਦੀ ਕੁਆਲਿਟੀ ਨੂੰ ਮੇਨਟੇਨ ਵੀ ਕਰਕੇ ਰੱਖਣਾ ਹੈ ਤੇ ਪਿਕਚਰ ਦੇ ਸਾਈਜ਼ ਨੂੰ ਰਿਡਿਊਸ ਵੀ ਕਰਨਾ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਆਪਾਂ ਜਿਹੜੀ ਮੈਮਰੀ ਯੂਜ਼ ਕਰਦੇ ਆ, ਚਾਹੇ ਉਹ RAM ਹੈ ਚਾਹੇ ਉਹ ਯੂਅਰ ਸੈਕੰਡਰੀ ਸਟੋਰੇਜ ਹੈ, ਦੋਨਾਂ ਕੇਸਿਸ ਦੇ ਵਿੱਚ, ਠੀਕ ਹੈ, the memory is always going to be limited, ठीक है। सो दोनों केसेस ਦੇ ਵਿੱਚ ਜਿਹੜੀ ਤੁਹਾਡੀ ਮੈਮਰੀ ਹੈ ਉਹ ਲਿਮਿਟਡ ਹੋਣ ਵਾਲੀ ਹੈ, ਠੀਕ ਹੈ। ਸੋ ਉਹ ਲਿਮਿਟਡ ਜਿਹੜੀ ਮੈਮਰੀ ਹੈ ਤੁਹਾਡੇ ਕੋਲ, ਉਹ ਤੁਹਾਨੂੰ ਇਹੀ ਚੀਜ਼ ਬਸ ਇਹਦਾ ਇੱਕੋ ਹੀ ਨੁਕਸਾਨ ਹੁੰਦਾ ਕਿ ਤੁਸੀਂ ਉੱਥੇ ਇਹ ਚੀਜ਼ ਚੈੱਕ ਕਰਕੇ ਚੱਲਣੀ ਹੈ ਕਿ ਚੀਜ਼ਾਂ ਨੂੰ ਤੁਸੀਂ ਕੁਆਲਿਟੀ ਵਾਈਜ਼ ਵੀ ਪ੍ਰੋਵਾਈਡ ਕਰੋ ਤੇ ਸਾਈਜ਼ ਵਾਈਜ਼ ਵੀ ਉਸ ਨੂੰ ਕੰਟਰੋਲ ਕਰੋ, ਠੀਕ ਹੈ। ਸੋ ਦੈਟ ਇਜ਼ ਦ ਬੇਸਿਕ ਫੰਡਾ ਆਫ ਥੀਸ ਪਿਕਸਲ। Clear everyone? Yes sir. Now we are directly moving to the next segment, that is features of Adobe Photoshop. Okay, so here we'll see one by one the various major Photoshop features. Why I said came major, because beta features bahut ne, so we can't explore all the features, okay, all the things, because Photoshop itself is a huge software with a huge you can say that functionality. So we'll only touch the basic parts and we'll try to action also, ठीक है। इसमें एक्शन ਦੇ ਵਿੱਚ ਵੀ ਦੇਖਾਂਗੇ। ਅੱਜ ਤੁਹਾਡੀ ਮੈਟ ਦੀ ਲੈਬ ਹੈ, तो मैट ਦੀ ਲੈਬ ਦੇ ਵਿੱਚ ਪਹਿਲਾਂ ਤਾਂ ਬੇਸਿਕ ਚੀਜ਼ਾਂ ਆਪਾਂ ਇੱਕ ਵਾਰੀ ਦੇਖਾਂਗੇ, ਠੀਕ ਹੈ, ਕਿ ਸੌਫਟਵੇਅਰ ਵਗੈਰਾ ਕਿਵੇਂ ਇੰਸਟਾਲ ਕਰਨੇ ਆ ਜਾਂ ਬਾਕੀ ਚੀਜ਼ਾਂ ਲਾਈਕ ਪ੍ਰਿੰਟਰ ਸਕੈਨਰਸ ਵਗੈਰਾ ਤੁਸੀਂ ਕਿਵੇਂ ਇੰਸਟਾਲ ਕਰ ਸਕਦੇ ਹੋ। ਕੁਝ ਬੇਸਿਕ ਸੇ ਪ੍ਰੈਕਟੀਕਲ ਉਦਾਂ ਦੇ ਨੇ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਫੋਟੋਸ਼ਾਪ ਦਾ ਵੀ ਹੈ। Okay everyone, so Photoshop the first है अपने को layers। So with the layer palette you can draw or design the various elements of your document independently in layers and stack them up as per the order of the display। बेटा आ layer section ਹੁੰਦਾ, ਤੁਸੀਂ ਹਰ ਇੱਕ ਫੋਟੋਗ੍ਰਾਫ ਨੂੰ, ਹਰ ਇੱਕ ਇਮੇਜ ਨੂੰ, ਹਰ ਇੱਕ ਆਬਜੈਕਟ ਨੂੰ layer ਦੇ ਵਿੱਚ treat ਕਰ ਸਕਦੇ ਹੋ। These are separate layers and you can perform separate action on these separate layers, and once you are done you can merge these layers to form a single image। ओके, सो इस एडवांटेज, इस दे नाल की एडवांटेज होती है कि ਤੁਸੀਂ ਹਰ ਇੱਕ ਲੇਅਰ ਨੂੰ ਸੈਪਰੇਟਲੀ ਕੰਟਰੋਲ ਕਰ ਸਕਦੇ ਹੋ। ਫॉर एग्जांपल ਤੁਸੀਂ ਕੋਈ ਫੇਸ ਦੀ ਲੇਅਰ ਬਣਾਈ ਹੈ, ਫੇਸ ਦੀ ਲੇਅਰ ਨੂੰ ਤੁਸੀਂ ਅਲੱਗ ਕੰਟਰੋਲ ਕਰ ਸਕਦੇ ਹੋ। ਤੁਸੀਂ ਕੋਈ ਬਾਡੀ ਦੀ ਲੇਅਰ ਬਣਾਈ ਹੈ, ਬਾਡੀ ਨੂੰ ਅਲੱਗ ਕੰਟਰੋਲ ਕਰ ਸਕਦੇ ਹੋ। ਕੋਈ ਬੈਕਗ੍ਰਾਉਂਡ ਦੀ ਲੇਅਰ ਹੈ, ਬੈਕਗ੍ਰਾਉਂਡ ਨੂੰ ਅਲੱਗ ਕੰਟਰੋਲ ਕਰ ਸਕਦੇ ਹੋ। ਸੋ ਵਿਦ ਦ ਲੇਅਰ ਕਮਸ ਦ ਡੀਸੈਂਟਰਲਾਈਜੇਸ਼ਨ ਐਂਡ ਵਿਦ ਡੀਸੈਂਟਰਲਾਈਜੇਸ਼ਨ ਕਮਸ ਦ ਫਲੈਕਸੀबिलिटी ऑफ हैंडलिंग। क्लियर एवरीवन? Yes sir. Okay, next moving on to the second part, that is selection। So there are a lot of selection tools available in your Photoshop। So the very first which is shown in this picture is a square type selection tool with which you can select the shape in a square manner। Okay, same wise there is a elliptical tool also with which you can select in an elliptical manner, ठीक है। So Photoshop selection tools are so handy to use that the designers worldwide are addicted to the set of selection tools Photoshop offers। So ਇੰਨੇ ਜ਼ਿਆਦਾ ਇਹਨਾਂ ਦੇ tools addicted ਹੁੰਦੇ ਨੇ, ਮਤਲਬ ਲੋਕ ਬਹੁਤ ਜਲਦੀ used to ਹੋ ਜਾਂਦੇ ਨੇ ਇਹਨਾਂ ਸਾਰੇ tools ਤੇ। So selection tools basically provide an ease or make life easy for the photographers, ठीक है, graphic designer and every professional that is associated with the multimedia। So ਜੋ ਬੰਦੇ multimedia ਨਾਲ associated ਹੁੰਦੇ ਨੇ, ठीक है, ਉਹਨਾਂ ਦੇ ਲਈ ਸਪੈਸ਼ਲੀ ਇਹ ਕੀ ਕਰਦੇ ਇੱਕ ਕਾਫੀ ਅੱਛਾ ਟੂਲ ਹੈ, ਠੀਕ ਹੈ ਨਾ, ਸਿਲੈਕਸ਼ਨ ਟੂਲ। The precision of selection has been improved over years and the detail we obtain is fabulous, ठीक है ना। सो ਜੋ ਟਾਈਮ ਟੂ ਟਾਈਮ ਇਹਦੀਆਂ ਡਿਵੈਲਪਮੈਂਟ ਹੁੰਦੀਆਂ ਰਹੀਆਂ ਨੇ ਫੋਟੋਸ਼ਾਪ ਦੀਆਂ, ਤਾਂ ਉਸ ਦੇ ਵਿੱਚ ਕਾਫੀ ਇੰਪਰੂਵਮੈਂਟ ਹੁੰਦੀ ਰਹੀ ਹੈ ਤੇ ਜੋ ਸਾਨੂੰ ਰਿਜ਼ਲਟਸ ਮਿਲਦੇ ਆ ਉਹ ਕਾਫੀ ਜ਼ਿਆਦਾ ਮਤਲਬ ਚੰਗੇ ਰਿਜ਼ਲਟਸ ਮਿਲਦੇ ਆ ਸਾਨੂੰ ਸਿਲੈਕਸ਼ਨ ਦੇ ਪੁਆਇੰਟ ਆਫ ਵਿਊ ਤੇ। So there are a lot of selection tools, like this is also a lasso tool, magnetic lasso tool। What actually it does is with this you can select a non-square shaped object also। For example, अगर मैं
ਲੈਟਸ ਸੇ ਇਹਨੂੰ ਸਿਲੈਕਟ ਕਰਨਾ ਹੈਗਾ, ਸਿਲੈਕਸ਼ਨ ਸਿਲੈਕਟ ਕਰਨਾ, ਤਾਂ ਮੈਂ ਇਦਾਂ ਇਦਾਂ ਕਰਕੇ ਲਾਈਕ this I can draw a boundary, and with this you can select this particular portion which is not a fixed type of, you can say that fixed type of shape like square and elliptical path, ਠੀਕ ਹੈ। ਤਾਂ ਅਗਰ ਇਦਾਂ ਦਾ ਕੋਈ ਨਾਨ ਫਿਕਸ ਟਾਈਪ ਸ਼ੇਪ ਤੁਸੀਂ ਸਿਲੈਕਟ ਕਰਨੀ ਹੈ ਤਾਂ ਤੁਸੀਂ ਇਸ ਨਾਲ ਸਿਲੈਕਟ ਕਰ ਸਕਦੇ ਹੋ। ਅਗਰ ਕੋਈ ਤੁਹਾਡੇ ਕੋਲ ਆਬਜੈਕਟ ਦੇ ਵਿੱਚ ਸਿਮਿਲੈਰਿਟੀ ਪੋਰਸ਼ਨਸ ਨੇ, ਫੋਰ ਐਗਜ਼ਾਮਪਲ ਇੱਥੇ ਵੀ ਗ੍ਰਾਸ ਹੈ, ਇੱਥੇ ਵੀ ਗ੍ਰੀਨ ਕਲਰ ਦਾ ਗ੍ਰਾਸ ਹੈ, ਤਾਂ ਉਸ ਨੂੰ ਸਿਲੈਕਟ ਕਰਨ ਦੇ ਲਈ ਅਸੀਂ ਆ ਬੌਂਡ ਯੂਜ਼ ਕਰ ਸਕਦੇ ਹਾਂ। ਦਿਸ ਇਜ਼ ਮੈਗਨੈਟਿਕ ਬੌਂਡ, ਇਸ ਨੂੰ ਬੌਂਡ ਕਹਿੰਦੇ ਹੈਗੇ, ਇਸ ਨੂੰ ਯੂਜ਼ ਕਰ ਸਕਦੇ ਹਾਂ। So there are also other tools with which you can select the various objects. We'll also see these tools in action. हाँ जी, clear है बेटा? मैग्नेटिक बॉल में समझाओगे? मैग्नेटिक बॉल ਸਰ ਰਿਪੀਟ हाँ ਕਰ जी, ਦਿਓ ਜੀ, ਰਿਪੀਟ ਕਰ ਕਿਹੜਾ ਦਿਓ ਬੇਟਾ? ਸਰ ਜੀ। ਹਾਂ ਸਰ, ਜਿਹੜਾ ਤੁਸੀਂ ਹੁਣ ਦੱਸਿਆ ਸੀ ਗ੍ਰਾਸ ਵਾਲਾ ਜੀ, ਬਾਉਂਡ ਵਾਲਾ। हाँ ग्रास ਗ੍ਰਾਸ ਵਾਲਾ ਬੇਟਾ ਇਹ ਸੀ, ਫੋਰ ਐਗਜ਼ਾਮਪਲ ਜਿਵੇਂ ਤੁਹਾਡੇ ਕੋਲ ਇੱਕ ਫੋਟੋਗ੍ਰਾਫ ਹੈ, ਠੀਕ ਹੈ। ਫੋਟੋਗ੍ਰਾਫ ਦੇ ਵਿੱਚ ਲੈਟਸ ਸੇ ਇੱਥੇ ਇੱਕ ਗ੍ਰੀਨ ਕਲਰ ਦੀ ਗ੍ਰਾਸ ਹੈ, ਤੇ ਸ਼ਾਇਦ ਇੱਥੇ ਵੀ ਲੈਟਸ ਸੇ ਕੋਈ ਗ੍ਰੀਨ ਕਲਰ ਦੀ ਗ੍ਰਾਸ ਹੈ। ਮਤਲਬ ਗ੍ਰੀਨ ਕਲਰ ਆਬਜੈਕਟ ਦੇ ਵਿੱਚ, ਇੱਕ ਇਮੇਜ ਦੇ ਵਿੱਚ ਗ੍ਰੀਨ ਕਲਰ ਐਗਜ਼ਿਸਟ ਕਰਦਾ ਹੈ, ਤੇ ਤੁਸੀਂ ਚਾਹੁੰਦੇ ਹੋ ਕਿ ਸੇਮ ਪਿਕਸਲ ਵੈਲਿਊਜ਼ ਦੇ ਬੇਸ ਦੇ ਉੱਪਰ, ਯਾਨੀ ਸੇਮ ਪਿਕਸਲ ਕਲਰਸ ਦੇ ਬੇਸ ਦੇ ਉੱਪਰ ਕੋਈ ਸਿਲੈਕਸ਼ਨ ਹੋ ਜਾਏ ਆਟੋਮੈਟਿਕਲੀ, ਤਾਂ ਉਸ ਦੇ ਲਈ ਤੁਸੀਂ ਆਹ ਟੂਲ ਯੂਜ਼ ਕਰ ਸਕਦੇ ਹੋ। ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਇਹ ਟੂਲ ਨੂੰ ਲੈ ਕੇ ਜਾਓਗੇ, ਫੋਟੋ ਦੇ ਉੱਪਰ ਕਲਿੱਕ ਕਰ ਦੋਗੇ, ਆਟੋਮੈਟਿਕਲੀ ਜਿਹੜੇ ਜਿਹੜੇ ਏਰੀਆਜ਼ ਹੈਗੇ ਆ, ਫੋਰ ਐਗਜ਼ਾਮਪਲ ਅਗਰ ਗ੍ਰੀਨ ਤੇ ਕਲਿੱਕ ਕਰੋਗੇ ਤਾਂ ਗ੍ਰੀਨ ਜਿੱਥੇ ਜਿੱਥੇ ਵੀ ਤੁਹਾਡੇ ਕੋਲ ਹੋਏਗਾ ਆਟੋਮੈਟਿਕਲੀ ਸਿਲੈਕਟ ਹੋ ਜਾਏਗਾ। ਕਲੀਅਰ ਐਵਰੀਵਨ? यस सर। ਓਕੇ ਸਰ ਜੀ। ਓਕੇ ਜੀ। ਨੈਕਸਟ ਮੂਵਿੰਗ ਔਨ ਟੂ ਦਾ ਪੈਨ ਟੂਲ। ਪੈਨ ਟੂਲ ਵੀ ਕਾਫੀ ਇੱਕ ਅਮੇਜ਼ਿੰਗ ਟੂਲ ਹੈ। ਪੈਨ ਟੂਲ ਦੇ ਨਾਲ ਬੇਟਾ ਤੁਸੀਂ ਕੋਈ ਲਾਈਨਸ ਡਰਾ ਕਰਨੀਆਂ ਨੇ, ਕੋਈ ਪੁਆਇੰਟਸ ਡਰਾ ਕਰਨੇ, ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ। ਹਾਲਾਂਕਿ ਫੋਟੋਸ਼ਾਪ ਦੇ ਵਿੱਚ ਪੈਨ ਟੂਲ ਦਾ ਯੂਜ਼ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ ਨਿਕਲ ਕੇ ਨਹੀਂ ਆਉਂਦਾ। ਕਾਰਨ ਇਹ ਹੈ ਕਿ ਫੋਟੋਸ਼ਾਪ ਦੇ ਵਿੱਚ ਅਸੀਂ ਰਾਸਟਰ ਇਮੇਜਸ ਨੂੰ ਹੈਂਡਲ ਕਰਦੇ ਹਾਂ, ਸੋ ਵੀ ਆਲਵੇਜ਼ ਹੈਂਡਲ ਰਾਸਟਰ ਇਮੇਜਸ, and pen tool is very efficiently used, or you can say that one of the foundation of the vector graphic software, ਤਾਂ ਉੱਥੇ ਅਸੀਂ ਇਸ ਨੂੰ ਜ਼ਿਆਦਾ ਯੂਜ਼ ਕਰਦੇ ਹਾਂ। ਜਿਵੇਂ ਇਲਸਟ੍ਰੇਟਰ ਹੋ ਗਿਆ, ਇਲਸਟ੍ਰੇਟਰ ਦੇ ਵਿੱਚ ਅਸੀਂ ਪੈਨ ਟੂਲ ਦਾ ਜ਼ਿਆਦਾ ਯੂਜ਼ ਕਰਦੇ ਹਾਂ ਕਿਉਂਕਿ ਉੱਥੇ ਅਸੀਂ ਲਾਈਨਸ ਵਗੈਰਾ ਡਰਾ ਕਰਨੀ ਹੈ, ਉੱਥੇ ਸਾਨੂੰ ਇਸ ਦਾ ਜ਼ਿਆਦਾ ਆਪਾਂ ਕਹੀਏ ਵੀ ਯੂਸੇਜ ਜ਼ਿਆਦਾ ਹੁੰਦੀ। ਕਲੀਅਰ ਐਵਰੀਵਨ? यस सर। Yes, sir. Okay. Yes. Then next is the tool. The tool is designed so flexibly that the designer can draw any shape or edit the existing shape as good as he's using his bare hand. ਬੇਟਾ ਇਹ ਟੂਲ ਵੈਸੇ ਇੰਨਾ ਜ਼ਿਆਦਾ ਯੂਜ਼ਫੁਲ ਹੈ ਜਿਸ ਦੇ ਨਾਲ ਤੁਸੀਂ ਕੀ ਕਰ ਸਕਦੇ ਹੋ ਕਿ ਕੋਈ ਵੀ ਸ਼ੇਪ ਤੁਸੀਂ ਡਿਜ਼ਾਈਨ ਕਰ ਸਕਦੇ ਹੋ, ਠੀਕ ਹੈ। ਕੋਈ ਸ਼ੇਪ ਤੁਸੀਂ ਕੋਈ ਵੀ ਕਿਸ ਤਰ੍ਹਾਂ ਦੀ ਵੀ ਤੁਸੀਂ ਡਿਜ਼ਾਈਨ ਕਰ ਸਕਦੇ ਹੋਗੇ, ਲਾਈਕ ਫੋਰ ਐਗਜ਼ਾਮਪਲ ਇੱਕ ਕਰਵ ਡਰਾ ਕਰ ਲਈ ਤੁਸੀਂ। ਕਰਵ ਦੇ ਵਿੱਚ ਤੁਸੀਂ ਇੱਥੇ ਲੈਟਸ ਸੇ ਮਿਡ ਪੁਆਇੰਟ ਲੈ ਲਿਆ, ਤੇ ਤੁਹਾਡਾ ਦਿਲ ਕੀਤਾ ਕਿ ਇਹ ਮਿਡ ਪੁਆਇੰਟ ਤੋਂ ਮੈਂ ਕਰਵ ਨੂੰ ਚੇਂਜ ਕਰਨਾ ਹੈਗਾ, ਸੋ ਯੂ ਕੈਨ what you can do is you can directly move to this point and then you can shift the curve downwards or shift the curve upward, whatever you want to perform or whatever the edit you want to perform at this particular point, you can do that, ਠੀਕ ਹੈ। it is just as good as you are doing it with your bare hands। ਆਪਾਂ ਕਹਿ ਸਕਦੇ ਹਾਂ ਨਾ ਵੀ ਆਪਾਂ ਆਪਣੇ ਹੱਥਾਂ ਨਾਲ ਕਰ ਰਹੇ ਹਾਂ, ਜਸਟ ਉਦਾਂ ਹੀ ਤੁਹਾਨੂੰ ਸਾਰੀ ਫੀਲ ਆਉਂਦੀ ਹੈ। clear everyone? यस सर। Yes, sir. okay, students do motivate your class, ਠੀਕ ਹੈ ਨਾ, ਕਿ ਕਲਾਸਿਸ ਲਗਾ ਲਓ ਬੇਟਾ। ਜੇ ਕਲਾਸਿਸ ਚੱਜ ਨਾਲ ਲਗਾਓਗੇ ਤਾਂ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ, ਅਸੀਂ ਤੁਹਾਨੂੰ ਕੋਈ ਚੀਜ਼ਾਂ ਥੋੜੀਆਂ ਵਧੀਆ ਤਰੀਕੇ ਨਾਲ ਹੋਰ ਵੀ ਕਰਵਾ ਦਾਂਗੇ। ਫੋਰ ਐਗਜ਼ਾਮਪਲ ਸੌਫਟਵੇਅਰਸ ਵਗੈਰਾ ਜਿਵੇਂ ਹੈਗੇ ਨੇ, ਜਿਵੇਂ ਫੋਟੋਸ਼ਾਪ ਹੋ ਗਿਆ, ਹੋਰ ਡੈਪਥ 'ਚ ਜਾਵਾਂਗੇ, ਇਲਸਟ੍ਰੇਟਰ ਵੀ ਟਰਾਈ ਕਰ ਲਾਂਗੇ, ਈਵਨ ਪ੍ਰੀਮੀਅਰ ਪ੍ਰੋ ਜਾਂ ਆਫਟਰ ਇਫੈਕਟਸ ਦਾ ਵੀ ਕੁਛ ਨਾ ਕੁਛ ਪਾਰਟ ਦੇਖ ਲਾਂਗੇ। ਸੋ do motivate your students because you will not find anything practical, ਠੀਕ ਹੈ, elsewhere। ਕਿਤੇ ਹੋਰ ਤੁਹਾਨੂੰ ਇਸ ਚੀਜ਼ ਦਾ ਸਕੋਪ ਨਹੀਂ ਮਿਲਣਾ, ਠੀਕ ਹੈ ਨਾ। ਤੇ ਤੁਹਾਨੂੰ ਇੱਕ ਕਲਾਸ ਲੈਕਚਰਸ ਦੇ ਵਿੱਚ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਨੇ, ਤਾਂ ਤੁਹਾਨੂੰ ਹੋਰ ਕੀ ਚਾਹੀਦਾ। ਸੋ ਇਸ ਕਰਕੇ ਪਲੀਜ਼ ਆਪਣੇ ਸਟੂਡੈਂਟਸ ਨਾਲ ਦੇ ਨੂੰ ਮੋਟੀਵੇਟ ਕਰੋ ਕਿ ਕਲਾਸਿਸ ਰੈਗੂਲਰਲੀ ਅਟੈਂਡ ਕਰਿਆ ਕਰੋ, ਐਂਡ ਆਲਸੋ ਵੀਕਲੀ ਦੇ ਵੀਕਲੀ ਸਾਡਾ ਰਿਕਾਰਡ ਮੇਨਟੇਨ ਹੋ ਰਿਹਾ, ਐਂਡ ਸਟੂਡੈਂਟਸ ਅਗਰ ਥੋੜੀ ਇਸ ਅਟੈਂਡੈਂਸ ਦੇ ਬੇਸ ਤੇ ਤੁਸੀਂ ਡਿਟੇਨ ਹੁੰਦੇ ਹੋ, ਦੈਨ you will be responsible for this, ਠੀਕ ਹੈ। ਸੋ do attend your lectures regularly because this lecture is also under the inspection of the committee members ਜੋ ਕਾਲਜ ਦੇ ਵਿੱਚ ਫਾਰਮ ਕੀਤੀਆਂ ਹੋਈਆਂ ਨੇ। ਤਾਂ ਆਪਣੇ ਪਲੀਜ਼ ਸਿੰਸੀਅਰਲੀ ਲੈਕਚਰਸ ਅਟੈਂਡ ਕਰੋ, ਕੋਈ ਕਿਓਸ ਨਹੀਂ ਕਰਨਾ ਹੈ, ਕੋਈ ਡਾਊਟ ਹੈ ਤਾਂ ਪੁੱਛੋ, ਠੀਕ ਹੈ। ਅਨਨੈਸੈਸਰੀ ਕੋਈ ਇੰਟਰਪਸ਼ਨ ਨਹੀਂ ਕ੍ਰੀਏਟ ਕਰਨੀ, ਠੀਕ ਹੈ, ਕਿਉਂਕਿ ਇਹ ਸਾਰੀ ਚੀਜ਼ਾਂ ਨੋਟ ਹੋ। ਐਮ ਆਈ ਕਲੀਅਰ? यस सर। ਓਕੇ ਐਵਰੀਵਨ। Okay, sir. ਨੈਕਸਟ ਹੈ ਸਰ ਬੇਟਾ ਸ਼ੇਪ ਕਾਲਜਸ ਟੂਲ। ਦਾ ਪਤਾ ਹੀ ਕਦੋਂ ਖੁੱਲਣਗੇ?
ਬੇਟਾ ਡਾਟਾ ਮੰਗ ਰਹੇ ਨੇ ਕਿ ਵੈਕਸੀਨੇਸ਼ਨ ਦਾ ਕੀ ਸਟੇਟਸ ਹੈ, ਫਰਸਟ ਡੋਜ਼ ਦੀ ਕਿਹਦੀ ਹੋਗੀ, ਸੈਕੰਡ ਦੀ ਕਿਹਦੀ ਹੋਗੀ। ਤੋ ਹੈ ਪੋਸਿਬਿਲਿਟੀ ਵੀ ਸ਼ਾਇਦ ਤੁਹਾਡੇ ਅਕਤੂਬਰ 'ਚ ਖੁੱਲ ਜਾਣ ਕਾਲਜ। ਠੀਕ ਹੈ, ओके सर ठीक है ਨੈਕਸਟ ਹੈ ਆਪਣੇ ਕੋਲ shape tools. Shape tools ਦੇ ਵਿੱਚ ਕੀ ਹੈ ਕਿ raster based graphic design software like Photoshop working on object without losing its original quality is a boon for the designer. Photoshop layers does the job for us. The outlook of the shape layers in Photoshop may be limited, but the capability of the features go a step further than what we assume about it. So ਬੇਟਾ ਬੇਸਿਕਲੀ ਇਹ ਕੀ ਕਹਿ ਰਿਹਾ ਹੈਗਾ, ਜਿਹੜੀ ਸ਼ੇਪ ਲੇਅਰ ਹੁੰਦੀ ਹੈ, ਜਿਵੇਂ ਆ ਸ਼ੇਪ ਹੈ ਆਪਣੇ ਕੋਲ, ਠੀਕ ਹੈ, ਇੱਥੇ ਆਪਣੇ ਕੋਲ ਡਿਫਰੈਂਟ ਤਰ੍ਹਾਂ ਦੀਆਂ ਸ਼ੇਪਸ ਅਵੇਲੇਬਲ ਨੇ। ਤੁਸੀਂ ਦੇਖ ਪਾ ਰਹੇ ਹੋ ਇੱਥੇ ਕਾਫੀ ਸਾਰੀਆਂ ਸ਼ੇਪਸ ਅਵੇਲੇਬਲ ਨੇ, ਇਹਨਾਂ ਨੂੰ ਤੁਸੀਂ ਡਾਇਰੈਕਟਲੀ ਯੂਜ਼ ਕਰ ਸਕਦੇ ਹੋ। ਠੀਕ ਹੈ, ਥੀਸ ਆਰ ਬੇਸਿਕਲੀ ਵੈਕਟਰਸ। ਠੀਕ ਹੈ, ਵੈਕਟਰਸ ਨੂੰ ਤੁਸੀਂ ਰਾਸਟਰ ਦੇ ਵਿੱਚ ਲੈ ਕੇ ਆਓਗੇ ਤੇ ਇਸ ਨੂੰ ਤੁਸੀਂ ਕੁਆਲਿਟੀ ਇਨਹਾਂਸ ਕਰ ਸਕਦੇ ਹੋ, ਪਰ ਯਾਦ ਰੱਖਿਓ ਕਿ ਜਦੋਂ ਤੁਹਾਡੀ ਫਾਈਨਲ ਫੋਟੋ ਸੇਵ ਹੋਏਗੀ ਦੈਟ ਵਿਲ ਬੀ ਰਾਸਟਰ। ਠੀਕ ਹੈ, ਉਹ ਰਾਸਟਰ ਹੀ ਹੋਏਗੀ। ਠੀਕ ਹੈ, ਉਹ ਪਿਕਸਲ ਬੇਸਡ ਹੀ ਹੋਏਗੀ ਐਂਡ ਉਸ ਦੇ ਵਿੱਚ ਚਾਹੇ ਤੁਸੀਂ ਆ ਵੈਕਟਰ ਦਾ ਆਬਜੈਕਟ ਯੂਜ਼ ਕੀਤਾ ਹੈ, ਬਟ ਉਸ ਦੀ ਕੁਆਲਿਟੀ ਫਰਕ ਪਏਗਾ ਅੱਗੇ ਜਾ ਕੇ ਅਗਰ ਤੁਸੀਂ ਉਸਨੂੰ ਜ਼ੂਮ ਇਨ ਜ਼ੂਮ ਆਊਟ ਜਾਂ ਕ੍ਰੌਪ ਜਾਂ ਕੁਝ ਵੀ ਕਰਦੇ ਹੋ, ਬਿਕੋਜ਼ ਰਾਸਟਰ ਵਿਲ ਆਲਵੇਜ਼ ਗੈਟ ਇਫੈਕਟਡ। ਠੀਕ ਹੈ, ਵਿਦ ਦ ਪ੍ਰੋਸੈਸ ਆਫ ਜ਼ੂਮ ਇਨ ਐਂਡ ਜ਼ੂਮ ਆਊਟ। ਜ਼ਿਆਦਾਤਰ ਜ਼ੂਮ ਇਨ ਦੇ ਨਾਲ, ਜ਼ੂਮ ਆਊਟ ਦੇ ਨਾਲ ਇੰਨੀ ਕੁਆਲਿਟੀ ਦਾ ਪਤਾ ਨਹੀਂ ਲੱਗਦਾ। ਜ਼ੂਮ ਇਨ ਜਿੰਨਾ ਜ਼ਿਆਦਾ ਕਰੋਗੇ ਦੈਟ ਮੀਨਸ ਉਨਾ ਜ਼ਿਆਦਾ ਤੁਸੀਂ ਉਸਨੂੰ ਫੋਟੋ ਨੂੰ ਵੱਡਾ ਕਰ ਰਹੇ ਹੋ। ਵੱਡਾ ਕਰ ਰਹੇ ਹੋ ਦੈਟ ਮੀਨਸ ਉਸਦੇ ਰੈਜ਼ੋਲੂਸ਼ਨ ਤੇ ਤੁਸੀਂ ਮੈਕਸਿਮਮ ਪੁਆਇੰਟ ਤੇ ਜਾ ਰਹੇ ਹੋਗੇ, ਜਿਹੜਾ ਮਤਲਬ ਉਹਦਾ ਜੋ ਬਿਲਕੁਲ ਛੋਟਾ ਪੁਆਇੰਟ ਹੈ ਉਸ ਉੱਥੇ ਪਹੁੰਚ ਰਹੇ। Clear है बेटा shape tool? Nothing much. Yes. ठीक है, only a drag and drop operations. Okay, so moving on to the next one is the slice tool. So what is slice? Slice का मतलब पता लग गया तुम्हें कुछ कटना है तुसी. So there are many type of slice tool. The one is crop tool, other is slice tool, and other is slice select tool. So there is some difference in the process of cutting the particular object or extracting the particular object from the picture. So slice tool introduce ਕੀਤਾ ਗਿਆ ਸੀ ਬੇਟਾ ਕਿ images ਨੂੰ ਤੁਸੀਂ slice ਦੇ ਵਿੱਚ ਵੰਡ ਸਕੋ। So the loading time of website can be mitigated to a greater extent. The basically ਇਹ ਬੇਟਾ use ਕੀ ਹੁੰਦਾ ਸੀਗਾ, this is used for HTML websites. ਆਪਾਂ ਕਿਵੇਂ ਕਰਦੇ ਹਾਂ ਇਸਨੂੰ? crop tool ਤਾਂ ਸਾਰਿਆਂ ਨੂੰ ਪਤਾ ਹੀ ਹੈ, crop tool ਦਾ ਤਾਂ ਮੈਨੂੰ ਲੱਗਦਾ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ। crop tool everyone is aware of the tool. slice ਦੇ ਫਰਕ ਦੱਸਦਾ ਮੈਂ ਬੇਟਾ ਕੀ। slice ਦੇ ਵਿੱਚ ਕੀ ਹੈ, ਫॉर एग्जांपल ਤੁਸੀਂ ਇੱਕ ਵੈਬ ਪੇਜ ਬਣਾ ਲਿਆ, ਠੀਕ ਹੈ, ਤੁਸੀਂ ਫੋਟੋਸ਼ਾਪ ਦੇ ਵਿੱਚ ਇੱਕ ਵੈਬ ਪੇਜ ਬਣਾਇਆ, ਠੀਕ ਹੈ, ਵੈਬ ਟੈਂਪਲੇਟ ਬਣਾਇਆ, ਹੈਡਰ ਵੀ ਲਗਾਤਾ ਐਂਡ ਉਸ ਤੋਂ ਬਾਅਦ ਇੱਥੇ ਬੋਡੀ ਵੀ ਡਿਫਾਈਨ ਕਰਤੀ, ਇੱਥੇ ਫੁਟਰ ਵੀ ਡਿਫਾਈਨ ਕਰਤਾ, ਇੱਥੇ ਕੁਝ ਸੈਕਸ਼ਨਸ ਬਣਾਤੇ ਨੈਵੀਗੇਸ਼ਨ ਦੇ ਉੱਪਰ, ਨੈਵੀਗੇਸ਼ਨ ਮੈਨੂਜ਼ ਬਣਾਤੇ ਤੁਸੀਂ। ਠੀਕ ਹੈ, ਇਹ ਸਾਰਾ ਟੈਂਪਲੇਟਸ ਤੁਸੀਂ ਬਣਾ ਲਿਆ ਫੋਟੋਸ਼ਾਪ ਦੇ ਵਿੱਚ। ਹੁਣ ਮੈਂ ਚਾਹੁੰਦਾ ਕਿ ਮੈਨੂੰ ਇਸ ਨੂੰ ਦੇਖ ਕੇ ਕੋਡਿੰਗ ਨਾ ਕਰਨੀ ਪਵੇ, ਮੈਂ ਇਸ ਦੀ ਸਲਾਈਸਿੰਗ ਕਰਦਾ ਤਾਂ ਕਿ ਜਦੋਂ ਮੈਂ ਇਸ ਨੂੰ Dreamweaver ਵਰਗੇ ਸੌਫਟਵੇਅਰ which is also a software of Adobe, ਅਗਰ ਇਸ ਸੌਫਟਵੇਅਰ ਦੇ ਵਿੱਚ ਮੈਂ ਲੈ ਕੇ ਜਾਣਾ ਹੈ, ਠੀਕ ਹੈ ਨਾ, ਤਾਂ ਉੱਥੇ ਜਿੰਨੀਆਂ ਵੀ ਮੇਰੇ ਮੈਨਿਊਜ਼ ਨੇ ਉਹ ਅਲੱਗ ਡਿਫਾਈਨ ਹੋ ਜਾਣ, ਮੇਰਾ ਫੁਟਰ ਅਲੱਗ ਡਿਫਾਈਨ ਹੋ ਜੇ, ਬੋਡੀ ਅਲੱਗ ਡਿਫਾਈਨ ਹੋ ਜੇ, ਹੈਡਰ ਅਲੱਗ ਡਿਫਾਈਨ ਹੋ ਜੇ, ਤੇ ਮੈਂ ਬਸ ਸਿਰਫ ਥੋੜੀ ਬਹੁਤੀ HTML ਕਰਕੇ ਉਸ ਦਾ ਪੂਰਾ ਟੈਂਪਲੇਟ ਤਿਆਰ ਕਰ। that is the purpose of slice. So slice ਕੀ ਕਰਦਾ ਸੀ, slice ਇਹਨਾਂ ਨੂੰ sections ਚ ਡਿਵਾਈਡ ਕਰਦਾ ਲਾਈਕ this ਜਿਵੇਂ ਆ ਹੋ ਗਿਆ, ਆ ਪਾਰਟਿਕੂਲਰ ਸਲਾਈਸ ਹੋ ਗਿਆ, a particular slice, a particular slice. Same wise, this block is particular slice, this block is a particular slice, footer is a particular slice, like this. Clear hai beta? Yes sir. Okay, so is the benefit hunda si web templates design karan vich, static dynamic nahi static. Static te dynamic ਚ ਕੀ ਫਰਕ ਹੈ? ਸਟੈਟਿਕ ਦੇ ਵਿੱਚ ਕੰਟੈਂਟ ਹੁੰਦਾ ਬੇਟਾ ਜਿਹੜਾ ਉਹ ਬਹੁਤਾ ਚੇਂਜ ਨਹੀਂ ਹੁੰਦਾ, ਮਤਲਬ ਇੱਕ ਵਾਰ ਜੋ ਕੰਟੈਂਟ ਤੁਸੀਂ ਲਿਖ ਦਿੰਦੇ ਹੋਗੇ ਉਸ ਤੋਂ ਬਾਅਦ ਤੁਸੀਂ ਉਸਨੂੰ ਜਨਰਲੀ 15 ਦਿਨ 20 ਦਿਨ ਮਹੀਨਾ ਸਾਲ ਚੇਂਜ ਨਹੀਂ ਕਰਦੇ। ਇਸ ਤਰ੍ਹਾਂ ਦਾ ਕੰਟੈਂਟ ਕਿਹੜਾ ਹੁੰਦਾ ਬੇਟਾ? ਜ਼ਿਆਦਾਤਰ ਸਟੈਟਿਕ ਵੈਬਸਾਈਟਸ ਜਿੱਥੇ ਕੋਈ ਚੀਜ਼ਾਂ ਬਾਹਲੀਆਂ ਅਪਡੇਟ ਨਹੀਂ ਹੁੰਦੀਆਂ। ਡਾਇਨਾਮਿਕ ਹੁੰਦਾ ਬੇਟਾ ਜਿੱਥੇ ਡੇਲੀ ਦੀ ਡੇਲੀ ਕੋਈ ਇਨਫੋਰਮੇਸ਼ਨ ਅਪਡੇਟ। ਫॉर एग्जांपल ਫੇਸਬੁੱਕ ਇਜ਼ ਅ ਡਾਇਨਾਮਿਕ ਕੰਟੈਂਟ, ਤੁਸੀਂ ਲਾਈਕ ਕੀਤਾ, ਸ਼ੇਅਰ ਕੀਤਾ, ਠੀਕ ਹੈ, ਕਮੈਂਟ ਕੀਤਾ, ਤਾਂ ਉਹ ਸਾਰੀਆਂ ਚੀਜ਼ਾਂ ਅਪਡੇਟ ਹੋ ਰਹੀਆਂ ਨੇ ਡੇਲੀ ਆਰਲੀ ਮਿੰਟ ਸੈਕਿੰਡ ਬੇਸ। Clear everyone? एक क्वेश्चन पूछना ਸੀ, ਸਲਾਈਸ ਟੂਲ ਤੋਂ ਅਡੋਬੇ ਚ ਕੀ ਮਤਲਬ ਫੋਟੋਸ਼ਾਪ ਚ ਕੀ ਵੈਂਡੀ ਹੈ? ਕਿਹਦੇ ਵਿੱਚ ਬੇਟਾ ਸਲਾਈਸ ਟੂਲ ਦਾ? ਹਾਂ, ਸਲਾਈਸ ਟੂਲ ਉਹੀ ਕਹਿ ਰਿਹਾ ਨਾ ਮੈਂ, ਫੋਟੋਸ਼ਾਪ ਦੇ ਵਿੱਚ ਤੁਸੀਂ ਡਿਜ਼ਾਈਨ ਬਣਾਉਂਦੇ ਹੋ, ਠੀਕ ਹੈ, ਜਿਵੇਂ ਫੋਟੋ ਬਣਾਉਂਦੇ ਹੋ ਨਾ, ਇਦਾਂ ਹੀ ਫੋਟੋਸ਼ਾਪ 'ਚ ਫੋਟੋ ਬਣਾਉਂਦੇ ਹੋ ਤੁਸੀਂ ਵੈਬ ਦੀ, ਮਤਲਬ ਪੂਰੀ ਵੈਬਸਾਈਟ ਦੀ। ਲੈਟਸ ਸੇ ਵੀ ਮੇਰੀ ਵੈਬਸਾਈਟ ਇਦਾਂ ਦਿਖੇ, ਠੀਕ ਹੈ, ਜਸਟ ਲੈਟ ਮੀ ਸ਼ੋ
I can just a second, मैं एक सर्च कर रहा हूँ, ठीक है, मैं ਤੁਹਾਨੂੰ ਉਹਦੀ एग्जांपल शेयर करता हूँ। ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਤੁਸੀਂ? यस सर। ਹਾਂਜੀ, ਸੋ ਬੇਟਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਜਿਵੇਂ ਆ ਦੇਖੋ ਇੱਕ ਵੈਬਸਾਈਟ ਦਾ ਟੈਂਪਲੇਟ ਆ ਪੂਰਾ, ਇਟ ਇਜ਼ ਡਿਜ਼ਾਈਨਡ ਇਨ PST, ਠੀਕ ਹੈ, ਕਿਉਂਕਿ ਫੋਟੋਸ਼ਾਪ 'ਚ ਨਾ ਵਿਜ਼ੂਅਲਾਈਜ਼ ਕਰਨਾ ਬਹੁਤ ਈਜ਼ੀ ਹੈ। HTML ਦੇ ਵਿੱਚ ਪਹਿਲਾਂ ਕੋਡਿੰਗ ਕਰਨ ਨਾਲੋਂ ਅਗਰ ਚੀਜ਼ਾਂ ਵਿਜ਼ੂਅਲਾਈਜ਼ ਹੋਣਗੀਆਂ ਤਾਂ ਕੋਡਿੰਗ ਈਜ਼ੀ ਹੋ ਜਾਏਗੀ। ਸਮਝ ਗਏ ਮੇਰਾ ਪੁਆਇੰਟ? ਅਗਰ ਤੁਹਾਨੂੰ Yes. ਪਤਾ ਹੀ ਨਹੀਂ ਵੀ ਤੁਹਾਡੀ ਚੀਜ਼ ਦਿਖੇਗੀ ਕਿਵੇਂ, ਤਾਂ ਫਿਰ ਉਹ ਤੁਸੀਂ ਪਹਿਲਾਂ ਕੋਡਿੰਗ ਕਰੋਗੇ, ਫਿਰ ਉਹਨੂੰ ਚੈੱਕ ਕਰੋਗੇ, ਫਿਰ ਚੇਂਜ ਕਰੋਗੇ, ਵਾਪਸ ਆਓਗੇ, ਫਿਰ ਕੋਡਿੰਗ ਕਰੋਗੇ, ਫਿਰ ਚੈੱਕ ਕਰੋਗੇ। ਸੋ ਜਨਰਲੀ ਕੀ ਕਰਦੇ ਨੇ, ਜਨਰਲੀ PST ਦੇ ਟੈਂਪਲੇਟਸ ਬਣ ਜਾਂਦੇ ਇਹ ਬੇਟਾ HTML ਦੇ ਵਿੱਚ ਬਣਦੇ ਆ। ਹਾਲਾਂਕਿ ਅੱਜ ਇਸ ਚੀਜ਼ ਦਾ ਅਲਟਰਨੇਟਿਵ ਹੋਰ ਬਹੁਤ ਕੁਝ ਹੈਗਾ। ਫॉर एग्जांपल देयर आर मेनी टाइप ऑफ so there are many type of content management systems ਜੋ ਡਾਇਨਾਮਿਕਲੀ ਕੰਟੈਂਟ ਵੀ ਪ੍ਰੋਵਾਈਡ ਕਰਦੇ ਆ, ਲਾਈਕ ਜਿਵੇਂ WordPress ਹੈ ਬੇਟਾ, ਠੀਕ ਹੈ, ਇਹ ਤੁਸੀਂ 6th ਸਮੈਸਟਰ ਦੇ ਵਿੱਚ ਪੜੋਗੇ। WordPress ਹੈ, WordPress is a content management system which is available in PHP। ਸੋ PHP ਲੈਂਗੁਏਜ ਦੇ ਵਿੱਚ ਇਹ ਬਣਿਆ ਹੋਇਆ ਹੈ। ਤਾਂ ਇਸ ਦੀਆਂ ਬੇਟਾ ਅੱਜਕੱਲ ਆਟੋਮੈਟਿਕਲੀ ਥੀਮਸ ਮਿਲ ਜਾਂਦੀਆਂ, ਬਹੁਤ ਕੁਝ ਮਿਲ ਜਾਂਦਾ, ਨਾਟ ਓਨਲੀ ਥੀਮਸ, ਪਲਗਇਨਸ, ਸਲਾਈਡਰਸ, ਐਵਰੀਥਿੰਗ ਇਜ਼ ਅਵੇਲੇਬਲ, ਠੀਕ ਹੈ। ਸੋ ਅੱਜਕੱਲ ਥੋੜਾ ਜਿਹਾ ਕਨਸੈਪਟ ਘਟ ਗਿਆ ਉਸਦਾ PST ਵਾਲਾ, ਬਟ ਹਾਂ ਅੱਜਕੱਲ ਵੀ ਜਿਹਨੂੰ ਵੈਬਸਾਈਟ ਚਾਹੀਦੀ ਹੈ ਸਟੈਟਿਕ ਵੈਬਸਾਈਟ, ਤਾਂ ਅੱਜਕੱਲ ਉੱਥੇ ਵੀ ਇਹ PST ਦਾ ਕਨਸੈਪਟ ਯੂਜ਼ ਹੁੰਦਾ ਹੈ। ਸੋ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਨਾ, ਇੱਥੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੁਸੀਂ ਫਾਈਲ। ਸੋ ਕਾਫੀ ਸਾਰੀਆਂ ਫ੍ਰੀ ਫਾਈਲਸ ਨੇ ਜਿਹੜੀਆਂ ਤੁਹਾਨੂੰ ਮਿਲ ਜਾਂਦੀਆਂ ਨੇ, ਫਿਰ ਤੁਸੀਂ ਇਸ ਨੂੰ ਓਪਨ ਕਰ ਸਕਦੇ ਹੋ ਫੋਟੋਸ਼ਾਪ ਦੇ ਵਿੱਚ ਐਂਡ ਯੂ ਕੈਨ ਵਰਕ ਔਨ ਇਟ, ਠੀਕ ਹੈ। ਮੰਨ ਲਓ ਮੈਂ ਇਹਨੂੰ ਰੈਫਰੈਂਸ ਹੀ ਲੈਣਾ ਗਾ, ਮੈਂ ਇਹਨੂੰ ਡਾਊਨਲੋਡ ਕਰ ਲਿਆ, ਡਾਊਨਲੋਡ ਕਰਕੇ ਇਸ 'ਚ ਕੁਛ ਚੀਜ਼ਾਂ ਚੇਂਜ ਕਰ ਲਈਆਂ, ਮੈਨੂੰ ਡਿਜ਼ਾਈਨ ਅੱਛਾ ਲੱਗਿਆ, ਮੈਂ ਕੁਛ ਚੀਜ਼ਾਂ ਚੇਂਜ ਕਰ ਲਈਆਂ, ਕਲਰ ਸਕੀਮਸ ਚੇਂਜ ਕਰ ਲਈ, ਠੀਕ ਹੈ। ਬਹੁਤ ਚੀਜ਼ਾਂ ਦੇਖਾਂਗੇ ਬੇਟਾ ਆਪਾਂ ਇਸ ਦੇ ਵਿੱਚ, ਠੀਕ ਹੈ, ਮਤਲਬ ਵਧੀਆ ਕਲਾਸਿਸ ਅਟੈਂਡ ਕਰੋ, ਠੀਕ ਹੈ। ਸੋ ਕਾਫੀ ਚੀਜ਼ਾਂ ਦੇਖਾਂਗੇ। ਫॉर एग्जांपल ਕਲਰ ਸਕੀਮ ਜਨਰੇਟਰਸ, ਠੀਕ ਹੈ। ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਜੀ ਮੈਂ ਰੰਗ ਕਿਹੜੇ ਚੂਜ਼ ਕਰਾਂ, ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਰੰਗ ਕਿਵੇਂ ਚੂਜ਼ ਕਰਨੇ ਹੁੰਦੇ ਆ, ਤਾਂ ਬੇਟਾ ਉਹਦੀ ਟੈਨਸ਼ਨ ਲੈਣ ਦੀ ਵੀ ਲੋੜ ਨਹੀਂ ਹੈਗੀ। ਬਹੁਤ ਸਾਰੀ ਤਰ੍ਹਾਂ ਦੇ ਕਲਰ ਪੈਲੇਟ ਜਨਰੇਟਰਸ ਮਿਲ ਜਾਂਦੇ ਨੇ ਲਾਈਕ ਦਿਸ, ਠੀਕ ਹੈ। ਸੋ colors.co ਕਰਕੇ ਕਲਰ ਪੈਲੇਟ ਹੈ, ਜਨਰੇਟਰ ਹੈ, ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਕੰਬੀਨੇਸ਼ਨ ਮਿਲ ਜਾਣਗੇ, ਹਰ ਇੱਕ ਤਰ੍ਹਾਂ ਦੇ ਕੰਬੀਨੇਸ਼ਨ। ਸੋ ਲਾਈਕ ਸਟਾਰਟ ਦਾ ਜਨਰੇਟਰ, ਇੱਥੇ ਤੁਸੀਂ ਜਨਰੇਟਰ ਨੂੰ ਸਟਾਰਟ ਕਰ ਸਕਦੇ ਹੋ and you can have a combination of many palettes, ਠੀਕ ਹੈ। ਤੁਸੀਂ ਜਿੰਨੇ ਪੈਲੇਟਸ ਚਾਹੋ ਇੱਥੇ ਤੁਸੀਂ ਯੂਜ਼ ਕਰ ਸਕਦੇ ਹੋਗੇ, ਠੀਕ ਹੈ। ਜੇ ਕੋਈ ਹੋਰ ਨਹੀਂ ਪਸੰਦ ਆਉਂਦਾ ਤਾਂ ਦੁਬਾਰਾ ਵੀ ਇੱਥੇ ਜਨਰੇਟ ਤੇ ਕਲਿੱਕ ਕਰ ਸਕਦੇ ਹੋਗੇ, ਤੁਹਾਨੂੰ ਹੋਰ ਵੀ ਮਿਲ ਜਾਣਗੇ ਆਪਸ਼ਨਸ, ਠੀਕ ਹੈ। ਸੋ ਲਾਈਕ ਦਿਸ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਬੇਟਾ, ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ। ਥੀਸ ਆਰ ਦ ਰੈਫਰੈਂਸਿਸ ਐਂਡ ਵੀ ਹੈਵ ਟੂ ਟੇਕ ਦ ਰੈਫਰੈਂਸ। ਫॉर एग्जांपल ਅਗਰ ਤੁਸੀਂ ਨੇਚਰ ਦੀ ਕੋਈ ਵੈਬਸਾਈਟ ਬਣਾ ਰਹੇ ਹੋ ਤਾਂ ਤੁਹਾਨੂੰ ਨੇਚਰ ਦੀਆਂ ਫੋਟੋਜ਼ ਦੇਖਣੀਆਂ ਪੈਣਗੀਆਂ ਕਿ ਨੇਚਰ 'ਚ ਕਲਰ ਕਿਹੜੇ ਕਿਹੜੇ ਹੁੰਦੇ ਆ, ਕਿਹੜੇ ਕਿਹੜੇ ਕਲਰ ਜ਼ਿਆਦਾ ਪ੍ਰੋਮੀਨੈਂਟ ਹੁੰਦੇ ਆ। ਜਿਵੇਂ ਅਰਥ ਕਲਰ ਹੋ ਗਿਆ,
थोड़ा लाइट ब्राउन बैकग्राउंड हो गया या ग्रीन कलर्स हो गए या ਈਵਨ ਯੈਲੋ ਕਲਰ ਵੀ ਹੁੰਦੇ ਆ। ਸੋ ਇਹ ਚੀਜ਼ਾਂ ਤੁਹਾਨੂੰ ਦਿਖਣੀਆਂ ਪੈਣਗੀਆਂ। ਵਿਦਆਊਟ ਰੈਫਰੈਂਸ ਯੂ ਵਿਲ ਨਾਟ ਬੀ ਏਬਲ ਟੂ ਡਿਜ਼ਾਈਨ। ਐਮ ਆਈ ਕਲੀਅਰ? Yes, sir. ਐਂਡ ਟੂ ਆਨਸਰ ਯੂਰ ਕੁਐਸਚਨ ਸ਼ਸ਼ੀ, ਵਿਲ ਤੁਸੀਂ ਜਦੋਂ ਮੈਂ ਪ੍ਰੋਸੀਡ ਕਰੂੰਗਾ ਉਦੋਂ ਕਰ ਲਓ ਬੇਟਾ, ਠੀਕ ਹੈ? ਉਦੋਂ ਆਪਾਂ ਕਰ ਲਾਂਗੇ ਇਹਨੂੰ ਆਪਾਂ ਜ਼ਿਆਦਾ ਨਹੀਂ, ਬਸ ਇੱਕ ਅੱਧੇ ਲੈਕਚਰ 'ਚ ਸਟਾਰਟ ਕਰ ਲਾਂਗੇ ਫੋਟੋਸ਼ਾਪ, ਠੀਕ ਹੈ? ਅਦਰਵਾਈਜ਼ ਡਾਇਰੈਕਟਲੀ ਬੇਟਾ ਸਲਾਈਸ ਟੂਲ ਤੇ ਇਦਾਂ ਨਹੀਂ ਮੂਵ ਕੀਤਾ ਜਾਊਗਾ। ਤੁਹਾਨੂੰ ਪਹਿਲਾਂ ਇੱਕ ਪ੍ਰੋਪਰ ਉਹਦਾ ਪਤਾ ਹੋਣਾ ਚਾਹੀਦਾ ਗਾ, ਠੀਕ ਹੈ ਨਾ, ਵੀ ਜਿਹੜੀ ਇਮੇਜਸ ਤੁਹਾਡੇ ਕੋਲ ਹੈਗੀਆਂ ਨੇ ਉਹਨੂੰ ਕਿਹੜੇ ਸੈਕਸ਼ਨ ਨੂੰ ਤੁਸੀਂ ਸਲਾਈਸ ਕਰਨਾ ਹੈ, ਠੀਕ ਹੈ? ਤੇ ਫੋਟੋਸ਼ਾਪ ਦੇ ਵਰਜ਼ਨ ਦਾ ਵੀ ਫਰਕ ਹੈ, ਠੀਕ ਹੈ? ਸੋ ਇਸ ਤੋਂ ਬਾਅਦ ਆਪਾਂ ਡਾਇਰੈਕਟਲੀ ਮੂਵ ਕਰਦੇ ਹਾਂ ਬੇਟਾ ਨੈਕਸਟ ਜਿਹੜਾ ਆਪਣੇ ਕੋਲ ਪੋਰਸ਼ਨ ਹੈ ਰੀਟਚਿੰਗ ਟੂਲਸ। ਕਈ ਵਾਰ ਫੋਟੋਜ਼ ਨੂੰ ਇਹ ਪੁਰਾਣੇ ਸੌਫਟਵੇਅਰ ਦੇ ਵਿੱਚ ਨਹੀਂ ਸੀ, ਪੁਰਾਣੇ ਵਰਜ਼ਨ ਦੇ ਵਿੱਚ ਰੀਟਚਿੰਗ ਦਾ ਮਤਲਬ ਕੀ ਹੁੰਦਾ ਬੇਟਾ ਕਿ ਤੁਸੀਂ ਕਿਸੇ ਫੋਟੋਗ੍ਰਾਫ ਨੂੰ ਹੀਲ ਕਰਨਾ ਹੈਗਾ, ਉਸਦੀ ਰੀਟਚਿੰਗ ਕਰਨੀ ਹੈ, ਠੀਕ ਹੈ? ਮਤਲਬ ਉਹਨੂੰ ਥੋੜਾ ਜਿਹਾ ਅੱਛਾ ਬਣਾਉਣਾ ਹੈਗਾ, ਤਾਂ ਬਹੁਤ ਸਾਰੇ ਟੂਲਸ ਨੇ। ਸਟੈਂਪ ਟੂਲ ਹੈ, ਪੈਟਰਨ ਸਟੈਂਪ ਟੂਲ ਹੈ, ਠੀਕ ਹੈ? ਸੋ ਸਟੈਂਪ ਟੂਲ, ਪੈਟਰਨ ਸਟੈਂਪ ਟੂਲ, ਸਪॉट ਹੀਲਿੰਗ ਹੈ, ਹੀਲਿੰਗ ਟੂਲ ਹੈ, ਪੈਚ ਟੂਲ ਹੈ, ਰੈਡ ਆਈ ਟੂਲ ਹੈ, ਸਮਝ ਹੈ, ਬਲਰ ਹੈ। ਇਹ ਸਾਰੇ ਤਰ੍ਹਾਂ ਦੇ ਟੂਲਸ ਨੇ ਜਿਹੜੇ ਥੀਸ ਆਰ ਕਾਲਡ ਰੀਟਚਿੰਗ ਟੂਲਸ। ਇਹਨਾਂ ਨੂੰ ਵੀ ਆਪਾਂ ਯੂਜ਼ ਕਰਾਂਗੇ। ਕਲੀਅਰ एवरीवन? Yes, sir. Yes, sir. Okay. So next is Photoshop 3D। ਇੱਕ ਬੇਟਾ Photoshop 3D ਦਾ ਵੀ ਫੀਚਰ ਆਂਦਾ ਹੈਗਾ, ਠੀਕ ਹੈ? ਸੋ ਇਹ ਜਿਹੜਾ Photoshop 3D ਦਾ ਫੀਚਰ ਹੈ, ਇਸ ਦੇ ਵਿੱਚ ਤੁਸੀਂ 3D ਆਬਜੈਕਟਸ ਵੀ ਤੁਸੀਂ ਡਰਾ ਕਰ ਸਕਦੇ ਹੋ। ਸੋ ਕ੍ਰੀਏਟਿੰਗ ਐਂਡ ਡਰਾਇੰਗ ਦਾ ਟੈਕਸਚਰ ਵਾਸ ਅ ਹਰੀਕੁਲਨ ਪ੍ਰੋਸੈਸ, ਜੋ ਕਿ ਇਸ ਦੇ ਵਿੱਚ ਈਜ਼ੀ ਕਰ ਦਿੱਤਾ ਗਿਆ। ਆਈ ਥਿੰਕ ਆਈ ਹੈਵ ਟੂ ਚੈੱਕ ਇਟ ਆਊਟ ਕਿ ਇਹ ਸ਼ਾਇਦ ਹੁਣ ਇਹ ਡਿਸਕੰਟੀਨਿਊ ਕੀਤਾ ਗਿਆ ਹੈਗਾ, ਪਰ ਪਹਿਲਾਂ ਸੀ, ਠੀਕ ਹੈ? ਸ਼ਾਇਦ ਹੁਣੀ 2 ਮਹੀਨੇ ਪਹਿਲਾਂ ਇਸ ਨੂੰ ਡਿਸਕੰਟੀਨਿਊ ਕੀਤਾ ਗਿਆ। ਆਈ ਨੀਡ ਟੂ ਚੈੱਕ ਇਟ ਆਊਟ, ਆਈ ਵਿਲ ਟੈਲ ਯੂ ਇਨ ਦਾ ਨੈਕਸਟ ਕਲਾਸ ਕਿ ਇਸ ਨੂੰ ਡਿਸਕੰਟੀਨਿਊ ਤਾਂ ਨਹੀਂ ਕੀਤਾ ਗਿਆ। ਅਦਰਵਾਈਜ਼ ਤੁਸੀਂ ਡਾਇਰੈਕਟਲੀ 3D ਆਬਜੈਕਟਸ ਇਸ 'ਚ ਇੰਪੋਰਟ ਕਰ ਸਕਦੇ ਸੀ, ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਸੀ, ਠੀਕ ਹੈ? ਦਿਸ ਵਾਸ ਦਾ ਆਲਸੋ ਫੀਚਰ ਆਫ ਫੋਟੋਸ਼ਾਪ। ਇਹ ਨਵੇਂ ਦੇ ਵਿੱਚ ਹੀ ਹੈ ਬੇਟਾ ਸਾਰਾ। ਦੈਨ ਕਲਰ ਮੈਚਿੰਗ, ਠੀਕ ਹੈ? ਮੈਚ ਕਲਰ ਕਮਾਂਡ ਹੁੰਦੀ ਹੈ ਬੇਟਾ ਜਿਹੜੀ ਡਿਫਰੈਂਟ ਇਮੇਜਸ ਦੇ ਵਿੱਚ ਕਲਰ ਨੂੰ ਮੈਚ ਕਰਦੀ ਹੈ, ਐਂਡ ਮਲਟੀਪਲ ਲੇਅਰਸ ਜਾਂ ਮਲਟੀਪਲ ਸੈਕਸ਼ਨ ਦੇ ਵਿੱਚ ਜਿਹੜੀ ਸਿਲੈਕਸ਼ਨ ਦੇ ਵਿੱਚ ਕਲਰਸ ਨੂੰ ਮੈਚ ਕਰਦੀ ਹੈ। ਇਟ ਆਲਸੋ ਲੈਟਸ ਯੂ ਐਡਜਸਟ ਦ ਕਲਰਸ ਇਨ ਐਨ ਇਮੇਜ ਬਾਈ ਚੇਂਜਿੰਗ ਦ ਲਿਊਮੀਨੈਂਸ, ਠੀਕ ਹੈ? ਉਹਨਾਂ ਦੀ ਲਿਊਮੀਨੈਂਸ ਚੇਂਜ ਕਰਨ ਦੇ ਨਾਲ ਵੀ ਤੁਹਾਨੂੰ ਇਹ ਕੀ ਕਰਦੀ ਹੈਗੀ, ਅਲਾਉ ਕਰਦੀ ਹੈ ਕਿ ਤੁਸੀਂ ਇਸ ਨੂੰ ਕੀ ਕਰ ਸਕੋ, ਇਸ ਨੂੰ ਮਤਲਬ ਚੇਂਜ ਕਰ ਸਕੋ ਕਿਸੇ ਹਿਸਾਬ ਨਾਲ। ਕੋਈ ਲਿਊਮੀਨੈਂਸ ਹੋ ਗਿਆ, ਲਿਊਮੀਨੈਂਸ ਮਤਲਬ ਉਹਦਾ ਜਿਹੜਾ ਗਲੋ ਹੁੰਦਾ ਇੱਕ ਤਰ੍ਹਾਂ ਦਾ ਫੋਟੋ ਦਾ, ਹੈ ਨਾ? ਫੋਟੋ ਦੇ ਵਿੱਚ ਲਾਈਟਿੰਗ ਹੁੰਦੀ ਹੈ। ਉਸ ਤੋਂ ਬਾਅਦ ਕਲਰ ਰੇਂਜ ਚੇਂਜ ਕਰ ਸਕਦੇ ਹੋ, ਕਲਰਸ ਨੂੰ ਨਿਊਟਰਲਾਈਜ਼ ਕਰ ਸਕਦੇ ਹੋ, ਠੀਕ ਹੈ? ਐਂਡ ਹੋਰ ਵੀ ਬਹੁਤ ਕੁਛ ਹੈ ਐਡਜਸਟਮੈਂਟਸ ਦੇ ਵਿੱਚ। ਦੇਖੋਗੇ ਤੁਸੀਂ ਇੱਥੇ ਵੀ ਦੇਖੋਗੇ ਤੁਸੀਂ ਆਟੋ ਟੋਨ, ਕੰਟਰਾਸਟ, ਕਲਰ, ਇਮੇਜ ਦਾ ਸਾਈਜ਼ ਕੰਟਰੋਲ ਕਰ ਸਕਦੇ ਹੋ, ਹਿਊ ਸੈਚੂਰੇਸ਼ਨ, ਕਲਰ ਬੈਲੈਂਸ, ਲੈਵਲਸ, ਕਰਵਸ, ਐਕਸਪੋਜ਼ਰਸ, ਕਾਫੀ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਕੰਟਰੋਲ ਕਰ ਸਕਦੇ ਹੋ। ਲੈਵਲਸ ਬੇਸਿਕਲੀ ਕੀ ਹੁੰਦੇ ਬੇਟਾ, ਕਲਰਸ ਦੇ ਇੱਕ ਫੋਟੋ ਦੇ ਵਿੱਚ ਨਾ ਕੁਝ ਲੈਵਲਸ ਬਣੇ ਹੁੰਦੇ ਲਾਈਕ ਦਿਸ। ਤੁਸੀਂ ਇਹਨਾਂ ਲੈਵਲਸ ਨੂੰ ਅਪ ਡਾਊਨ ਕਰ ਸਕਦੇ ਹੋ। ਅਪ ਡਾਊਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਫੋਟੋ ਦਾ ਇਫੈਕਟ ਕੀ ਆ ਰਿਹਾ। ਐਂਡ ਇਹ ਬੇਟਾ ਕਦੇ ਵੀ ਨਾ ਇਹ ਨਹੀਂ ਹੋਊਗਾ, ਮੈਂ ਹੁਣ ਜੇ ਤੁਹਾਨੂੰ ਇਹ ਨਹੀਂ ਕਹੂੰਗਾ ਵੀ ਕੋਈ ਵੈਡਿੰਗ ਵਾਲੀ ਫੋਟੋ ਹੈ ਤਾਂ ਉਹਦਾ ਲੈਵਲ 100 ਹੋਣਾ ਚਾਹੀਦਾ, 15 ਹੋਣਾ ਚਾਹੀਦਾ, ਏਦਾਂ ਨਹੀਂ ਹੁੰਦਾ। ਫੋਟੋ ਕਿੱਦਾਂ ਦੀ ਆਈ ਆ, ਫੋਟੋ ਕਿਹੜੇ ਕਹੀਏ ਆਪਾਂ ਬੈਕਗਰਾਊਂਡ ਦੇ ਵਿੱਚ ਹੈ, ਫੋਟੋ ਦੇ ਵਿੱਚ ਜੋ ਆਬਜੈਕਟ ਹੈ ਉਹਨਾਂ ਦਾ ਆਪਣਾ ਕਲਰ ਕੀ ਹੈ, ਠੀਕ ਹੈ? ਕੋਈ ਸ਼ਾਇਦ ਹੋ ਸਕਦਾ ਕੋਈ ਡਾਰਕ ਸਕਿਨ ਹੋਵੇ, ਕੋਈ ਹੋ ਸਕਦਾ ਲਾਈਟ ਸਕਿਨ ਹੋਵੇ, ਤਾਂ ਹਰ ਇੱਕ ਦੀ ਸਕਿਨ ਟੋਨ ਦੇ ਉੱਪਰ ਵੀ ਇਹ ਚੀਜ਼ਾਂ ਡਿਪੈਂਡ ਕਰਨਗੀਆਂ, ਜਾਂ ਉਹਨਾਂ ਦੇ ਜੋ ਕੱਪੜੇ ਪਾਏ ਹੋਏ ਨੇ ਉਹਨਾਂ ਦੇ ਕਲਰਸ ਦੇ ਅਕੋਰਡਿੰਗ ਵੀ ਮੇਨਟੇਨ ਕਰਨਾ ਪਊਗਾ ਆਪਾਂ ਨੂੰ ਕਿ ਲੈਵਲਸ ਤੁਸੀਂ ਕਿਸ ਹਿਸਾਬ ਨਾਲ ਐਡਜਸਟ ਕਰਨੇ ਆ। ਐਂਡ ਦਿਸ ਇਜ਼ ਓਨਲੀ ਅ ਟਰਾਇਲ। ਸੋ ਟਰਾਇਲ ਐਂਡ ਮੂਵ ਵਾਲਾ ਕੰਸੈਪਟ ਹੈ ਇੱਥੇ ਵੀ, ਟਰਾਈ ਕਰਕੇ ਦੇਖੋ ਫਿਰ ਅੱਗੇ ਚਲੋ। ਕਲੀਅਰ एवरीवन? Yes, sir. Okay. Then is shadows and highlights. Again, this is very important. ਠੀਕ ਹੈ? ਇੱਕ ਫੋਟੋ ਦੇ ਵਿੱਚ ਸ਼ੈਡੋਜ਼ ਹੁੰਦੀਆਂ, ਇੱਕ ਫੋਟੋ ਦੇ ਵਿੱਚ ਕੁਝ ਹਾਈਲਾਈਟਸ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾ, that is also the feature of Photoshop, shadows and highlight correction. Clear ਹੈ ਜੀ? Yes, sir. Yes, sir. ਅਜੇ ਸਿਰਫ ਆਪਾਂ ਫੀਚਰਸ ਦੀ ਗੱਲ ਕਰ ਰਹੇ ਹਾਂ, ਬਟ ਇਹਨਾਂ ਨੂੰ ਐਕਸ਼ਨ ਦੇ ਵਿੱਚ ਆਪਾਂ ਬਾਅਦ ਚੋਂ ਦੇਖਾਂਗੇ। ਨੈਕਸਟ ਆ ਜਾਂਦਾ ਬੇਟਾ ਆਪਣੇ ਕੋਲ ਇੰਟੀਗ੍ਰੇਟਿਡ ਡਿਜੀਟਲ ਕੈਮਰਾ ਰॉ ਫਾਈਲਸ। ਇੱਕ ਕੈਮਰਾ ਰॉ ਫਾਈਲ ਕੀ ਹੁੰਦੀ ਹੈ ਬੇਟਾ? ਕੈਮਰਾ ਰॉ ਫਾਈਲ ਹੁੰਦੀ ਹੈ ਜਿਹੜੀ ਬਿਲਕੁਲ ਅਨਪ੍ਰੋਸੈਸਡ ਹੁੰਦੀ ਹੈ, ਅਨਕੰਪਰੈਸਡ ਹੁੰਦੀ ਹੈ। ਇਟ ਇਜ਼ ਅ ਗ੍ਰੇ ਸਕੇਲ ਪਿਕਚਰ ਡੇਟਾ ਫਰੋਮ ਦਾ ਡਿਜੀਟਲ ਕੈਮਰਾ ਇਮੇਜ ਸੈਂਸਰ। ਜਿਹੜੇ ਤੁਹਾਡੇ ਡਿਜੀਟਲ ਕੈਮਰਾ ਦੇ ਇਮੇਜ ਤੋਂ ਸੈਂਸਰ ਤੋਂ ਡਾਟਾ ਕੈਪਚਰ ਹੋਇਆ ਉਸ ਨੂੰ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ? ਤਾਂ ਜਿਹੜੀ ਇਹ ਕੈਮਰਾ ਰॉ ਜਿਹੜੀ ਹੈਗੀ ਇਮੇਜ, ਉਸ ਨੂੰ ਅਸੀਂ ਕੀ ਕਰ ਸਕਦੇ ਹਾਂ, ਉੱਥੇ ਜਾ ਕੇ ਅਸੀਂ ਉਸਨੂੰ ਬਿਲਕੁਲ ਇਨੀਸ਼ੀਅਲ ਲੈਵਲ ਤੋਂ ਐਡੀਟਿੰਗ ਕਰ ਸਕਦੇ ਹਾਂ, ਠੀਕ ਹੈ? ਐਂਡ ਉਹ ਕਾਫੀ ਅੱਛਾ ਇਫੈਕਟ ਆਪਣੇ ਕੋਲ ਨਿਕਲ ਕੇ ਆਉਂਦਾ ਹੈ।
ਸੋ ਇਹ ਜਿੰਨਾ ਜ਼ਿਆਦਾ ਤੁਹਾਡਾ ਪ੍ਰੋਫੈਸ਼ਨਲ ਕੈਮਰਾ ਹੋਊਗਾ ਉਨੀ ਜ਼ਿਆਦਾ ਤੁਹਾਡੇ ਕੋਲ ਇਨਫੋਰਮੇਸ਼ਨ ਹੋਏਗੀ, ਠੀਕ ਹੈ, ਕਿਸੇ ਫੋਟੋ ਦੇ ਰਿਲੇਟਡ। ਸੋ yeah, this was all about the feature part, ठीक है, from my side। तो अपने को हो गए ही 10:30, मेरे को 5 मिनट रहते, स्टूडेंट्स क्विकली ज्वाइन बैक कर लो, तो फिर आप फोटोशॉप भी देख लिए, है ना। सर ग्रेस्केल ਕੀ ਹੁੰਦਾ? ਗ੍ਰੇਸਕੇਲ ਹੁੰਦਾ ਬੇਟਾ ਜਿਹਦੇ ਵਿੱਚ ਕਲਰ ਹੀ ਦੋ ਹੁੰਦੇ ਨੇ, ਬਲੈਕ ਜਾਂ ਵਾਈਟ, ਜਾਂ ਇਹਨਾਂ ਦਾ ਕੰਬੀਨੇਸ਼ਨ ਹੁੰਦਾ ਬੇਸਿਕ। ਇਟ ਇਜ਼ ਨਾਟ ਐਕਸਟ੍ਰੀਮ ਲੈਵਲ, ਮਤਲਬ ਐਕਸਟ੍ਰੀਮ ਨਹੀਂ ਹੁੰਦਾ। ਜਿਵੇਂ ਮੈਂ ਕਹਾ ਨਾ ਕਿ ਅਗਰ ਆਪਣੇ RGB ਕਲਰ ਫਾਰਮੈਟ ਦੇ ਵਿੱਚ, RGB ਇਜ਼ ਰੈਡ ਗ੍ਰੀਨ ਬਲੂ, RGB ਮਾਡਲ ਹੁੰਦਾ ਨਾ ਜਿਹੜਾ, that is red green blue, the 000 depicts black, so this is black, and there is a value called 255 and 255, okay, so this value basically depicts white color, okay, so ਇਹ ਜਿਹੜੀ ਵੈਲਿਊ ਹੈ ਇਹ ਆਪਣੇ ਕੋਲ ਵਾਈਟ ਡਿਪਿਕਟ ਕਰਦੀ ਹੈ, ਜਿਹੜਾ ਆਹ ਵਾਲਾ ਪੋਰਸ਼ਨ ਹੈ ਇਹ ਬਲੈਕ ਡਿਪਿਕਟ ਕਰਦੀ ਹੈ। ਤਾਂ ਇਸ ਤੇ ਇਨ ਬਿਟਵੀਨ ਹੀ ਆਪਣੇ ਕੋਲ ਕੀ ਹੁੰਦੀ ਆ, ਕੀ ਕਹੀਏ ਆਪਾਂ ਵੀ ਰੇਂਜ ਹੁੰਦੀ ਹੈ। ਪਰ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਕਿ ਜਿਹੜੀਆਂ RGB ਕਲਰਸ ਹੁੰਦੀਆਂ ਗ੍ਰੇ ਸਕੇਲ ਦੇ ਵਿੱਚ ਜਿਹੜੀਆਂ R ਤੇ G ਤੇ B ਦੀਆਂ ਵੈਲਿਊਜ਼ ਹੁੰਦੀਆਂ ਨੇ, ਰੈਡ ਗ੍ਰੀਨ ਐਂਡ ਬਲੂ ਦੀਆਂ ਵੈਲਿਊਜ਼, ਉਹ ਇਸ ਤਰ੍ਹਾਂ ਨਹੀਂ ਹੁੰਦੀਆਂ, ਠੀਕ ਹੈ। ਉਸ ਦੇ ਵਿੱਚ ਆਪਣੇ ਕੋਲ ਸਿਰਫ ਤੇ ਸਿਰਫ ਵਾਈਟਸ ਤੇ ਬਲੈਕਸ, ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਹੁੰਦਾ ਹੈ, ਜਿਹਦੇ ਨਾਲ ਕਿ ਆਪਣੇ ਕੋਲ ਇੱਕ ਇਮੇਜ ਗ੍ਰੇ ਕਲਰ 'ਚ ਜ਼ਿਆਦਾ ਨਿਕਲ ਕੇ ਆਉਂਦੀ, ਠੀਕ ਹੈ। ਜਿੱਥੇ ਕਈ ਵਾਰ ਹੋ ਸਕਦਾ ਕਿਤੇ ਹਾਈਲਾਈਟ ਜ਼ਿਆਦਾ ਹੋਵੇ ਉੱਥੇ ਬਲੈਕ ਹੋਵੇ, ਕਿਤੇ ਡਾਊਨ ਹੋਵੇ ਸ਼ਾਇਦ ਉੱਥੇ ਵਾਈਟ ਜ਼ਿਆਦਾ ਹੋਵੇ, ਤਾਂ ਇਦਾਂ ਕਰਕੇ ਉਸ ਦੇ ਵਿੱਚ ਸਾਡੇ ਜਿਹੜੇ ਰੈਡ ਗ੍ਰੀਨ ਤੇ ਬਲੂ ਚੈਨਲਸ ਨੇ ਉਹ ਇੱਕ ਤਰ੍ਹਾਂ ਨਾਲ ਆਫ ਹੁੰਦੇ ਆ, ਆਪਾਂ ਇਹ ਕਹਿ ਸਕਦੇ। ਓਕੇ, ਯੈਸ ਸਰ, ਠੀਕ ਹੈ। ਸੋ ਠੀਕ ਹੈ ਬੇਟਾ, ਆ ਜਾਓ ਦੁਬਾਰਾ ਜੁਆਇਨ ਕਰ ਲਓ, ਹਜੇ ਆਪਣੇ ਕੋਲ ਪਏ ਆ 10-15 ਮਿੰਟ, ਠੀਕ ਹੈ। ਮੀਟਿੰਗ ਇਹ ਐਂਡ ਹੋ ਰਹੀ ਹੈ।